ਰੱਬ ਦੀ ਲਾਠੀ, ਅਹੰਕਾਰ ਦੀ ਭਿਆਨਕ ਸਜ਼ਾ। ਪੁਰਾਣੇ ਜ਼ਮਾਨੇ ਦੀ ਗੱਲ ਹੈ। ਇੱਕ ਸ਼ਹਿਰ ਵਿੱਚ ਰਣਵੀਰ ਸਿੰਘ ਨਾਂ ਦਾ ਇੱਕ ਅਮੀਰ ਤੇ ਹੰਕਾਰੀ ਜ਼ਮੀਂਦਾਰ ਰਹਿੰਦਾ ਸੀ। ਉਹ ਬਹੁਤ ਦਿਲਕਸ਼ ਮਹਿਲ ਵਿੱਚ ਰਹਿੰਦਾ ਸੀ। ਉਸ ਕੋਲ ਬੇਅੰਤ ਧਨ ਦੌਲਤ ਤੇ ਨੌਕਰ ਚਾਕਰ ਸਨ। ਪਰ ਉਹ ਬਹੁਤ ਘਮੰਡੀ ਸੀ। ਗਰੀਬਾਂ ਨਾਲ ਮਾੜਾ ਸਲੂਕ ਕਰਦਾ, ਮਜ਼ਦੂਰਾਂ ਨੂੰ ਢੰਗ ਨਾਲ ਮਜ਼ਦੂਰੀ ਵੀ ਨਹੀਂ ਦਿੰਦਾ। ਉਹ ਆਪਣੇ ਪੈਸੇ ਤੇ ਤਾਕਤ ਦੇ ਨਸ਼ੇ ਵਿੱਚ ਅੰਨਾ ਹੋ ਗਿਆ ਸੀ। ਇੱਕ ਦਿਨ ਇੱਕ ਗਰੀਬ ਕਿਸਾਨ, ਜੋ ਬਹੁਤ ਹੀ ਸੱਚਾ ਤੇ ਮਿਹਨਤੀ ਸੀ, ਆਪਣੇ ਖੇਤਾਂ ਦੀ ਜ਼ਮੀਨ ਬਚਾਉਣ ਲਈ ਜ਼ਮੀਂਦਾਰ ਕੋਲ ਮਦਦ ਮੰਗਣ ਆਇਆ। ਸਾਈਂ ਜੀ, ਮਿਹਰਬਾਨੀ ਕਰਕੇ ਮੇਰੀ ਕੁਝ ਮਦਦ ਕਰੋ, ਮੇਰਾ ਪਰਿਵਾਰ ਭੁੱਖਾ ਮਰ ਰਿਹਾ ਹੈ। ਪਰ ਜ਼ਮੀਂਦਾਰ ਨੇ ਉਸ ਦੀ ਬੇਇੱਜ਼ਤੀ ਕਰਕੇ ਕੱਢ ਦਿੱਤਾ। ਤੂੰ ਕੌਣ ਹੁੰਦਾ ਹੈ ਮੇਰੇ ਤੋਂ ਮਦਦ ਮੰਗਣ ਵਾਲਾ? ਜਾ, ਮਿਹਨਤ ਕਰ ਤੇ ਆਪਣੇ ਹਾਲਾਤ ਠੀਕ ਕਰ। ਗਰੀਬ ਕਿਸਾਨ ਨੇ ਹੱਥ ਜੋੜ ਕੇ ਕਿਹਾ, ਰੱਬ ਦੇ ਦਰ ਤੋਂ ਡਰੋ ਸਾਹਿਬ। ਜ਼ਮੀਂਦਾਰ ਹੱਸ ਪਿਆ, ਮੈਨੂੰ ਕੋਈ ਵੀ ਸਜ਼ਾ ਨਹੀਂ ਦੇ ਸਕਦਾ, ਮੈਨੂੰ ਕੋਈ ਹਰਾ ਨਹੀਂ ਸਕਦਾ। ਪਰ ਰੱਬ ਦੀ ਲਾਠੀ ਚੁੱਪ ਨਹੀਂ ਰਹੀ। ਕੁਝ ਸਮਿਆਂ ਬਾਅਦ ਜ਼ਮੀਂਦਾਰ ਦੇ ਖੇਤਾਂ 'ਚ ਅਚਾਨਕ ਤੂਫਾਨ ਆ ਗਿਆ। ਉਸ ਦੀ ਬਹੁਮੁੱਲੀ ਫਸਲ ਬਰਬਾਦ ਹੋ ਗਈ। ਉਸ ਦੇ ਘੋੜੇ ਤੇ ਪਸ਼ੂ ਮਰ ਗਏ। ਉਸ ਦੇ ਘਰ ਵਿੱਚ ਅੱਗ ਲੱਗ ਗਈ। ਉਹ ਥੋੜੇ ਸਮਿਆਂ ਵਿੱਚ ਬਿਲਕੁਲ ਕੰਗਾਲ ਹੋ ਗਿਆ। ਜਿਸਨੇ ਕਦੇ ਗਰੀਬਾਂ ਨੂੰ ਤਲਖ ਬੋਲ ਬੋਲੇ ਸਨ, ਉਹ ਅੱਜ ਆਪ ਦਾਣੇ ਦਾਣੇ ਨੂੰ ਮੁਹਤਾਜ ਹੋ ਗਿਆ। ਉਹੀ ਗਰੀਬ ਕਿਸਾਨ, ਜਿਸ ਦੀ ਉਸਨੇ ਮਦਦ ਨਹੀਂ ਕੀਤੀ ਸੀ, ਉਸਨੇ ਅੱਗੇ ਆ ਕੇ ਕਿਹਾ, ਰੱਬ ਦਾ ਇਨਸਾਫ ਹਮੇਸ਼ਾ ਹੋ ਕੇ ਰਹਿੰਦਾ ਹੈ। ਹੰਕਾਰ ਹਮੇਸ਼ਾ ਨਸ਼ਟ ਹੁੰਦਾ ਹੈ। ਜ਼ਮੀਂਦਾਰ ਨੇ ਰੋ ਕੇ ਮਾਫੀ ਮੰਗੀ, ਮੈਂ ਆਪਣੇ ਗੁਨਾਹਾਂ ਦਾ ਪ੍ਰਾਇਸ਼ਚਿਤ ਕਰਨਾ ਚਾਹੁੰਦਾ ਹਾਂ। ਉਸ ਦਿਨ ਤੋਂ ਉਹ ਜ਼ਮੀਂਦਾਰ ਆਪਣੇ ਹੰਕਾਰ ਨੂੰ ਛੱਡ ਕੇ ਲੋਕਾਂ ਦੀ ਮਦਦ ਕਰਨ ਲੱਗ ਪਿਆ। ਉਹ ਸਮਝ ਗਿਆ ਕਿ ਰੱਬ ਦੀ ਲਾਠੀ ਬੇਆਵਾਜ਼ ਹੁੰਦੀ ਹੈ, ਪਰ ਉਸ ਦੀ ਸਜ਼ਾ ਭਿਆਨਕ ਹੁੰਦੀ ਹੈ। ਜਦੋਂ ਜ਼ਮੀਂਦਾਰ ਰਣਵੀਰ ਸਿੰਘ ਦੀ ਦੌਲਤ, ਸ਼ਾਨੋ ਸ਼ੌਕਤ ਤੇ ਇੱਜ਼ਤ ਮਿੱਟੀ ਵਿੱਚ ਮਿਲ ਗਈ, ਤਾਂ ਉਹ ਸਮਝ ਗਿਆ ਕਿ ਹੰਕਾਰ ਹਮੇਸ਼ਾ ਨਸ਼ਟ ਹੋ ਜਾਂਦਾ ਹੈ। ਲੋਕ, ਜੋ ਪਹਿਲਾਂ ਉਸ ਅੱਗੇ ਹੱਥ ਜੋੜਦੇ ਸਨ, ਹੁਣ ਉਸ ਨੂੰ ਦੇਖ ਕੇ ਹੱਸਦੇ। ਜਿਨ੍ਹਾਂ ਗਰੀਬਾਂ ਨੂੰ ਉਸਨੇ ਅਹੰਕਾਰ ਵਿੱਚ ਧੱਕੇ ਮਾਰ ਕੇ ਕੱਢਿਆ ਸੀ, ਉਹੀ ਹੁਣ ਉਸ ਨੂੰ ਦਰਦ ਨਾਲ ਵੇਖਦੇ। ਉਸ ਨੂੰ ਆਪਣੇ ਪਿਛਲੇ ਗੁਨਾਹ ਯਾਦ ਆਉਣ ਲੱਗੇ। ਉਸਨੇ ਅਨੇਕਾਂ ਮਜ਼ਦੂਰਾਂ ਨੂੰ ਉਹਨਾਂ ਦੀ ਮਿਹਨਤ ਦੀ ਕਦਰ ਨਹੀਂ ਦਿੱਤੀ। ਕਈ ਲੋਕਾਂ ਦੀ ਜ਼ਮੀਨ ਅਤਿਆਚਾਰ ਨਾਲ ਖੋਹ ਲਈ। ਹੁਣ ਜਦੋਂ ਉਹ ਆਪ ਬੇਸਹਾਰਾ ਹੋ ਗਿਆ, ਤਾਂ ਉਸ ਨੂੰ ਅਸਲ ਸੱਚਾਈ ਦੀ ਸਮਝ ਆਈ। ਇੱਕ ਦਿਨ ਉਹ ਉਹੀ ਗਰੀਬ ਕਿਸਾਨ, ਜੋ ਪਹਿਲਾਂ ਉਸ ਕੋਲ ਮਦਦ ਮੰਗਣ ਆਇਆ ਸੀ, ਦੇ ਘਰ ਗਿਆ। ਉਸ ਦੇ ਪੈਰਾਂ ਵਿੱਚ ਡਿੱਗ ਕੇ ਬੋਲਿਆ, ਮੈਂ ਬਹੁਤ ਪਾਪ ਕੀਤੇ ਹਨ। ਮੈਨੂੰ ਮਾਫ ਕਰ ਦੇ, ਮੈਂ ਤੇਰੀ ਮਦਦ ਨਹੀਂ ਕੀਤੀ ਸੀ, ਪਰ ਤੂੰ ਮੇਰੀ ਮਦਦ ਕਰ ਸਕਦਾ ਹੈ। ਕਿਸਾਨ ਨੇ ਉਸ ਨੂੰ ਉਠਾਇਆ, ਸਾਈਂ ਜੀ, ਜੇ ਰੱਬ ਦੀ ਮਰਜ਼ੀ ਹੋਵੇ, ਤਾਂ ਹਰ ਕੋਈ ਮੁਆਫੀ ਦੇ ਸਕਦਾ ਹੈ। ਉਸ ਦਿਨ ਤੋਂ ਜ਼ਮੀਂਦਾਰ ਨੇ ਆਪਣੀ ਬਾਕੀ ਉਮਰ ਗਰੀਬਾਂ ਦੀ ਮਦਦ ਵਿੱਚ ਬਿਤਾਣੀ ਸ਼ੁਰੂ ਕਰ ਦਿੱਤੀ। ਉਹ ਆਪਣੇ ਪੁਰਾਣੇ ਅਪਰਾਧਾਂ ਦੀ ਭੁਗਤਾਨੀ ਕਰਨਾ ਚਾਹੁੰਦਾ ਸੀ। ਜਿਨ੍ਹਾਂ ਦੀ ਉਸਨੇ ਕਦੇ ਮਦਦ ਨਹੀਂ ਕੀਤੀ, ਹੁਣ ਉਹ ਉਹਨਾਂ ਲਈ ਦਾਣੇ ਦਾਣੇ ਦੀ ਸਹਾਇਤਾ ਕਰਦਾ। ਉਸ ਦੀ ਕਹਾਣੀ ਪਿੰਡ ਪਿੰਡ ਫੈਲ ਗਈ। ਲੋਕ ਆਖਣ ਲੱਗੇ, ਵੇਖੋ, ਇਹੀ ਰੱਬ ਦਾ ਇਨਸਾਫ ਹੈ। ਰੱਬ ਦੀ ਲਾਠੀ ਬੇਆਵਾਜ਼ ਹੁੰਦੀ ਹੈ, ਪਰ ਜਦ ਵੱਜਦੀ ਹੈ, ਤਾਂ ਅਹੰਕਾਰੀ ਨੂੰ ਚਕਨਾਚੂਰ ਕਰ ਦਿੰਦੀ ਹੈ। ਰਣਵੀਰ ਸਿੰਘ ਨੇ ਹੁਣ ਆਪਣੇ ਜੀਵਨ ਨੂੰ ਗਰੀਬਾਂ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ। ਪਰ ਉਸ ਦੀ ਅਹੰਕਾਰ ਦੀ ਸਜ਼ਾ ਅਜੇ ਪੂਰੀ ਨਹੀਂ ਹੋਈ ਸੀ। ਜਦ ਉਸ ਦੇ ਪੁਰਾਣੇ ਦੋਸਤ, ਜੋ ਪਹਿਲਾਂ ਉਸ ਨਾਲ ਬੈਠ ਕੇ ਵਿਅੰਗ ਕਰਦੇ ਸਨ, ਹੁਣ ਉਸ ਨੂੰ ਇੱਕ ਨਿਵਿਰਲਾ ਦੇ ਤੌਰ ਤੇ ਦੇਖਦੇ, ਤਾਂ ਉਹਨਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਇਹ ਉਹੀ ਜ਼ਮੀਂਦਾਰ ਹੈ, ਜੋ ਕਦੇ ਰਾਜ ਕਰਦਾ ਸੀ। ਕਈ ਲੋਕ ਅਜੇ ਵੀ ਉਸ ਦਾ ਮਜ਼ਾਕ ਉਡਾਉਂਦੇ, ਵੇਖੋ, ਪੁਰਾਣਾ ਜ਼ਮੀਂਦਾਰ, ਹੁਣ ਗਰੀਬਾਂ ਨੂੰ ਦਾਣਾ ਵੰਡ ਰਿਹਾ ਹੈ। ਜਦ ਉਹ ਅਮੀਰ ਸੀ, ਤਾਂ ਇਹਨਾਂ ਲੋਕਾਂ ਦੀ ਪਰਵਾਹ ਨਹੀਂ ਸੀ, ਹੁਣ ਇਹ ਉਹਨਾਂ ਦੀ ਚੌਕੀ ਕਰ ਰਿਹਾ ਹੈ। ਪਰ ਰਣਵੀਰ ਸਿੰਘ ਨੇ ਇਹ ਸਭ ਸੁਣ ਕੇ ਵੀ ਚੁੱਪੀ ਧਾਰ ਲੈਣੀ ਸਿੱਖ ਲਿਆ ਸੀ। ਉਹ ਹੁਣ ਜਾਣ ਚੁੱਕਾ ਸੀ ਕਿ ਅਸਲ ਸ਼ਾਨ ਦੌਲਤ ਵਿੱਚ ਨਹੀਂ, ਸੇਵਾ ਵਿੱਚ ਹੈ। ਉਸ ਦੀ ਅਸਲੀ ਪ੍ਰੀਖਿਆ। ਇੱਕ ਦਿਨ ਪਿੰਡ ਵਿੱਚ ਇੱਕ ਨਵਾਂ ਜ਼ਮੀਂਦਾਰ ਆ ਗਿਆ। ਉਹ ਵੀ ਪਹਿਲਾਂ ਦੇ ਰਣਵੀਰ ਸਿੰਘ ਵਰਗਾ ਹੀ ਅਹੰਕਾਰੀ ਤੇ ਦੂਸਰਿਆਂ ਨੂੰ ਹਲਕਾ ਸਮਝਣ ਵਾਲਾ ਸੀ। ਉਸਨੇ ਆਉਂਦੇ ਹੀ ਕਈ ਗਰੀਬਾਂ ਦੀ ਜ਼ਮੀਨ ਉਹਨਾਂ ਤੋਂ ਛੀਨੀ ਤੇ ਲੋਕਾਂ ਨੂੰ ਤਕਲੀਫ ਦੇਣ ਲੱਗਾ। ਰਣਵੀਰ ਨੇ ਆਪਣੇ ਅੰਦਰ ਦੀ ਤਾਕਤ ਨੂੰ ਇਕੱਠਾ ਕੀਤਾ ਅਤੇ ਨਵੇਂ ਜ਼ਮੀਂਦਾਰ ਕੋਲ ਗਿਆ। ਬੱਚੇ, ਹੰਕਾਰ ਛੱਡ ਦੇ, ਰੱਬ ਦੇ ਦਰ ਤੋਂ ਡਰ। ਤੂੰ ਜੋ ਕਰ ਰਿਹਾ ਏ, ਉਹੀ ਤੈਨੂੰ ਵਾਪਸ ਮਿਲੇਗਾ। ਪਰ ਨਵਾਂ ਜ਼ਮੀਂਦਾਰ ਹੱਸ ਪਿਆ, ਬੁੱਢੇ, ਤੂੰ ਵੀ ਤਾਂ ਪਹਿਲਾਂ ਇਹੀ ਕਰਦਾ ਸੀ, ਹੁਣ ਮੈਨੂੰ ਅਕਲ ਸਿਖਾਉਂਦਾ ਏ। ਰਣਵੀਰ ਨੇ ਸੰਤੋਖ ਨਾਲ ਉੱਤਰ ਦਿੱਤਾ, ਹਾਂ, ਮੈਂ ਪਹਿਲਾਂ ਇਹੀ ਕਰਦਾ ਸੀ, ਪਰ ਜਦ ਰੱਬ ਦੀ ਲਾਠੀ ਵੱਜੀ, ਤਾਂ ਮੇਰਾ ਸਭ ਕੁਝ ਬਰਬਾਦ ਹੋ ਗਿਆ। ਨਵੇਂ ਜ਼ਮੀਂਦਾਰ ਨੇ ਉਹਨਾਂ ਗੱਲਾਂ ਨੂੰ ਹੱਸ ਕੇ ਉਡਾ ਦਿੱਤਾ,
ਪਰ ਕੁਝ ਮਹੀਨਿਆਂ ਬਾਅਦ ਉਸ ਦੇ ਨਾਲ ਵੀ ਉਹੀ ਹੋਇਆ ਜੋ ਪਹਿਲਾਂ ਰਣਵੀਰ ਸਿੰਘ ਦੇ ਨਾਲ ਹੋਇਆ ਸੀ। ਉਸ ਦੀ ਜ਼ਮੀਨ 'ਚ ਤੂਫਾਨ ਆ ਗਿਆ, ਮਹਿਲ ਢਹਿ ਗਿਆ, ਦੌਲਤ ਹਵਾ ਵਿੱਚ ਉੱਡ ਗਈ। ਪਿੰਡ ਦੇ ਲੋਕ ਹੁਣ ਰਣਵੀਰ ਸਿੰਘ ਨੂੰ ਇੱਕ ਘਮੰਡੀ ਜ਼ਮੀਂਦਾਰ ਵਜੋਂ ਨਹੀਂ, ਇੱਕ ਦਿਆਲੂ ਤੇ ਧਾਰਮਿਕ ਵਿਅਕਤੀ ਵਜੋਂ ਜਾਣਨ ਲੱਗੇ। ਉਸਨੇ ਆਪਣੀ ਪੂਰੀ ਉਮਰ ਗਰੀਬਾਂ ਦੀ ਮਦਦ ਵਿੱਚ ਸਮਰਪਿਤ ਕਰ ਦਿੱਤੀ। ਹੁਣ ਉਹ ਪਿੰਡ ਵਿੱਚ ਜਿੱਥੇ ਵੀ ਜਾਂਦਾ, ਲੋਕ ਉਸ ਦੇ ਪੈਰ ਛੂਹ ਕੇ ਆਸ਼ੀਰਵਾਦ ਲੈਣ ਲੱਗੇ। ਨਵੇਂ ਜ਼ਮੀਂਦਾਰ ਦੀ ਪਰਿਵਰਤਨ। ਦੂਜੇ ਪਾਸੇ ਉਹ ਨਵਾਂ ਜ਼ਮੀਂਦਾਰ, ਜੋ ਪਹਿਲਾਂ ਰਣਵੀਰ ਸਿੰਘ ਦੇ ਸਲਾਹਾਂ ਦਾ ਮਜ਼ਾਕ ਉਡਾਉਂਦਾ ਸੀ, ਹੁਣ ਆਪਣੇ ਹਾਲਾਤਾਂ ਨਾਲ ਲੜ ਰਿਹਾ ਸੀ। ਉਹ ਅਮੀਰ ਤੋਂ ਗਰੀਬ ਬਣ ਗਿਆ, ਲੋਕ ਉਸ ਤੋਂ ਮੁੰਹ ਮੋੜ ਗਏ। ਜਿਵੇਂ ਉਹ ਰਣਵੀਰ ਸਿੰਘ ਦੇ ਨਸ਼ੇ 'ਚ ਅੰਨਾ ਸੀ, ਉਹ ਹੁਣ ਆਪਣੇ ਗੁਨਾਹਾਂ ਦੀ ਸਜ਼ਾ ਭੁਗਤ ਰਿਹਾ ਹੈ, ਲੋਕ ਕਹਿੰਦੇ। ਇੱਕ ਦਿਨ ਉਹ ਨਵਾਂ ਜ਼ਮੀਂਦਾਰ, ਜੋ ਹੁਣ ਇੱਕ ਛੋਟੇ ਮੋਟੇ ਕੱਪੜੇ ਪਹਿਨ ਕੇ ਗੁੰਮਸੁੰਮ ਬੈਠਾ ਸੀ, ਰਣਵੀਰ ਸਿੰਘ ਕੋਲ ਆਇਆ। ਮੈਨੂੰ ਸਮਝ ਆ ਗਿਆ ਹੈ ਕਿ ਹੰਕਾਰ ਕਿਸੇ ਨੂੰ ਨਹੀਂ ਛੱਡਦਾ। ਮੈਂ ਤੇਰੀ ਗੱਲਾਂ ਨੂੰ ਹੰਸੀ ਮਜ਼ਾਕ ਵਿੱਚ ਲੈ ਲਿਆ ਸੀ, ਪਰ ਹੁਣ ਮੈਨੂੰ ਅਸਲੀਅਤ ਪਤਾ ਲੱਗ ਗਈ। ਰਣਵੀਰ ਨੇ ਮੀਠੀ ਹਾਸੀ ਨਾਲ ਉੱਤਰ ਦਿੱਤਾ, ਰੱਬ ਦੀ ਲਾਠੀ ਬੇਆਵਾਜ਼ ਹੁੰਦੀ ਹੈ, ਪਰ ਜਦ ਉਹ ਵੱਜਦੀ ਹੈ ਤਾਂ ਹੰਕਾਰ ਦੀ ਜੜ ਤੱਕ ਹਿਲਾ ਦਿੰਦੀ ਹੈ। ਪਿੰਡ ਵਿੱਚ ਨਵਾਂ ਯੁੱਗ ਸ਼ੁਰੂ ਹੋਇਆ। ਉਸ ਦਿਨ ਤੋਂ ਪਿੰਡ ਵਿੱਚ ਬਹੁਤ ਕੁਝ ਬਦਲ ਗਿਆ। ਰਣਵੀਰ ਸਿੰਘ ਅਤੇ ਉਹ ਨਵਾਂ ਜ਼ਮੀਂਦਾਰ ਮਿਲ ਕੇ ਗਰੀਬਾਂ ਦੀ ਮਦਦ ਕਰਨ ਲੱਗੇ। ਉਹਨਾਂ ਨੇ ਪਿੰਡ ਵਿੱਚ ਇੱਕ ਵਿਦਿਆਲਾ ਬਣਾਇਆ ਤਾਂ ਕਿ ਕੋਈ ਵੀ ਨਵੀਂ ਪੀੜ੍ਹੀ ਅਨਪੜ੍ਹ ਨਾ ਰਹੇ। ਉਹਨਾਂ ਨੇ ਗਰੀਬਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਖੋਲ੍ਹੇ ਤਾਂ ਕਿ ਕਿਸੇ ਨੂੰ ਵੀ ਕਿਸੇ ਅਮੀਰ ਦੀ ਦਿਲਾਸਾ ਲੈਣ ਦੀ ਲੋੜ ਨਾ ਪਵੇ। ਰਣਵੀਰ ਸਿੰਘ ਅਤੇ ਨਵੇਂ ਜ਼ਮੀਂਦਾਰ ਦੀ ਸਿੱਖਿਆ ਤੋਂ ਬਾਅਦ ਪਿੰਡ ਵਿੱਚ ਅਜਿਹਾ ਮਾਹੌਲ ਬਣ ਗਿਆ ਕਿ ਕੋਈ ਵੀ ਕਿਸੇ ਨਾਲ ਅਣਿਆਂ ਨਹੀਂ ਕਰਦਾ ਸੀ। ਕਿਸੇ ਦੀ ਜ਼ਮੀਨ ਗਲਤ ਤਰੀਕੇ ਨਾਲ ਨਹੀਂ ਲਈ ਜਾਂਦੀ। ਮਿਹਨਤ ਦੀ ਕਦਰ ਹੁੰਦੀ। ਗਰੀਬਾਂ ਨੂੰ ਨਿਆਂ ਮਿਲਣ ਲੱਗਾ। ਰਣਵੀਰ ਸਿੰਘ, ਜੋ ਪਹਿਲਾਂ ਇੱਕ ਹੰਕਾਰੀ ਜ਼ਮੀਂਦਾਰ ਸੀ, ਹੁਣ ਪਿੰਡ ਦਾ ਸਭ ਤੋਂ ਵੱਡਾ ਪਰਉਪਕਾਰੀ ਬਣ ਗਿਆ ਸੀ। ਰਣਵੀਰ ਸਿੰਘ ਦੀ ਆਖਰੀ ਇੱਛਾ। ਕਈ ਸਾਲ ਬੀਤ ਗਏ। ਹੁਣ ਰਣਵੀਰ ਸਿੰਘ ਬਹੁਤ ਵੱਧ ਉਮਰ ਦਾ ਹੋ ਗਿਆ। ਉਹ ਹੁਣ ਪਿੰਡ ਦੇ ਬੱਚਿਆਂ ਨੂੰ ਸੱਚੀ ਇਮਾਨਦਾਰੀ ਅਤੇ ਨੇਕੀ ਦੀਆਂ ਸਿੱਖਿਆਵਾਂ ਦਿੰਦਾ ਸੀ। ਉਹ ਆਖਦਾ, ਜਿਹੜਾ ਇਨਸਾਨ ਆਪਣੇ ਹੰਕਾਰ ਤੇ ਕਾਬੂ ਪਾ ਲੈਂਦਾ, ਉਹੀ ਅਸਲ ਵਿੱਚ ਸਭ ਤੋਂ ਤਾਕਤਵਰ ਹੁੰਦਾ ਹੈ। ਇੱਕ ਦਿਨ ਉਸਨੇ ਆਪਣੇ ਨੇੜਲੇ ਸਾਥੀਆਂ ਨੂੰ ਬੁਲਾਇਆ ਅਤੇ ਕਿਹਾ, ਮੇਰੀ ਇੱਕ ਆਖਰੀ ਇੱਛਾ ਹੈ, ਮੈਨੂੰ ਉਹੀ ਗਰੀਬਾਂ ਦੇ ਕੰਡਿਆਂ ਵਾਲੇ ਰਾਹਾਂ ਤੇ ਦਫਨਾਇਆ ਜਾਵੇ, ਜਿੱਥੇ ਕਦੇ ਮੈਂ ਆਪਣੇ ਹੰਕਾਰ ਵਿੱਚ ਉਹਨਾਂ ਨੂੰ ਧੱਕੇ ਮਾਰੇ ਸਨ। ਪਿੰਡ ਦੀ ਅਖੀਰਲੀ ਜਾਂਚ। ਜਦ ਰਣਵੀਰ ਸਿੰਘ ਨੇ ਆਖਰੀ ਸਾਹ ਲਿਆ, ਪੂਰਾ ਪਿੰਡ ਉਹਨਾਂ ਦੀ ਮੌਤ ਤੇ ਸੋਗ ਕਰ ਰਿਹਾ ਸੀ। ਉਸ ਦੀ ਮੌਤ ਨੇ ਲੋਕਾਂ ਨੂੰ ਸੱਚੀ ਇਨਸਾਨੀਅਤ ਦਾ ਮਤਲਬ ਸਮਝਾ ਦਿੱਤਾ। ਉਸ ਦੇ ਮਰਨ ਤੋਂ ਬਾਅਦ ਪਿੰਡ ਦੇ ਵੱਡੇ ਵੱਡੇ ਮਾਨਵ ਸੇਵਕਾਂ ਨੇ ਉਹੀ ਰਾਹ ਫੜ ਲਿਆ। ਪਿੰਡ ਦੇ ਲੋਕ ਹੁਣ ਹਮੇਸ਼ਾ ਇਹ ਦੁਹਰਾਉਂਦੇ, ਰੱਬ ਦੀ ਲਾਠੀ ਬੇਆਵਾਜ਼ ਹੁੰਦੀ ਹੈ, ਪਰ ਜਦ ਵੱਜਦੀ ਹੈ ਤਾਂ ਹੰਕਾਰ ਖਤਮ ਹੋ ਜਾਂਦਾ ਹੈ। ਅੰਤਮ ਸਿੱਖ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਹੰਕਾਰ ਕਦੇ ਵੀ ਨਹੀਂ ਕਰਨਾ ਚਾਹੀਦਾ। ਸੱਚਾਈ ਅਤੇ ਨੇਕੀ ਹਮੇਸ਼ਾ ਜਿੱਤਦੀ ਹੈ। ਰੱਬ ਹਮੇਸ਼ਾ ਇਨਸਾਫ ਕਰਦਾ ਹੈ, ਉਹਨਾਂ ਨਾਲ ਵੀ ਜੋ ਸੋਚਦੇ ਹਨ ਕਿ ਉਹ ਹਮੇਸ਼ਾ ਬਚ ਜਾਣਗੇ। ਜੇਕਰ ਅਸੀਂ ਹਮੇਸ਼ਾ ਨੇਕੀ ਕਰੀਏ ਤਾਂ ਜ਼ਿੰਦਗੀ ਵੀ ਸੋਹਣੀ ਹੋ ਜਾਂਦੀ ਹੈ ਅਤੇ ਮੌਤ ਦੇ ਬਾਅਦ ਵੀ ਲੋਕ ਸਾਨੂੰ ਯਾਦ ਰੱਖਦੇ ਹਨ। ਜੇ ਕਹਾਣੀ ਵਧੀਆ ਲੱਗੀ ਤੇ ਲਾਈਕ, ਕਮੈਂਟ, ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਜੇ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤੇ ਕਮੈਂਟ ਵਿੱਚ ਦਿਓ ਜੀ। ਧੰਨਵਾਦ।